ਸਲੇਵ ਡਾਇਨੈਸਟੀ ਨੂੰ ਇੰਡੀਆ ਦੇ ਵਿੱਚ ਜਦੋਂ ਆਈ ਸਲੇਵ ਡਾਇਨੈਸਟੀ ਇੰਡੀਆ ਦੇ ਉੱਪਰ ਰੂਲ ਕੀਤਾ, ਉਦੋਂ ਸਲੇਵਸ ਨੂੰ ਇਲਬਾਰੀ ਜਾਂ ਫਿਰ ਮਮਲੂਕ ਕਹਿੰਦੇ ਸੀਗੇ। ਮਮਲੂਕ ਐਂਡ ਇਲਬਾਰੀ। ਇਲਬਾਰੀ ਕਿਉਂ ਕਹਿੰਦੇ ਸੀਗੇ? ਕਿਉਂਕਿ ਇਹ ਤੁਰਕੀ ਦੀ ਮਸ਼ਹੂਰ ਇਲਬਾਰੀ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਆਦੀਵਾਸੀ, ਉਹਨਾਂ ਨਾਲ ਬਿਲੋਂਗ ਕਰਦੇ ਸੀਗੇ, ਐਕਸੈਪਟ ਕਿਸ ਨੂੰ ਛੱਡ ਕੇ? ਕੁਤੁਬਦੀਨ ਐਬਕ, ਜਿਸ ਦੇ ਬਾਰੇ ਹੁਣ ਆਪਾਂ ਪੜ੍ਹਾਂਗੇ, ਤੇ ਆਰਮ ਸ਼ਾਹ ਜੋ ਇਹਦਾ ਕੁਤੁਬਦੀਨ ਐਬਕ ਦਾ ਮੁੰਡਾ ਸੀਗਾ। ਇਹ ਦੋਨਾਂ ਨੂੰ ਛੱਡ ਕੇ ਜਿੰਨੇ ਵੀ ਸਲੇਵ ਡਾਇਨੈਸਟੀ ਦੇ ਰਾਜੇ ਮਹਾਰਾਜੇ ਰੂਲਰਸ ਹੋਏ ਨੇ, ਸਾਰੇ ਇਲਬਾਰੀ ਡਾਇਨੈਸਟੀ ਨਾਲ ਬਿਲੋਂਗ ਕਰਦੇ ਸੀਗੇ। ਗੱਲ ਕਰਦੇ ਜੀ ਕੁਤੁਬਦੀਨ ਐਬਕ ਦੀ। ਇੰਡੀਆ ਦੇ ਵਿੱਚ ਕਿਵੇਂ ਆਇਆ ਇਹ? ਮੁਹੰਮਦ ਗੋਰੀ ਦਾ ਨਾਮ ਸਭ ਨੇ ਸੁਣਿਆ। ਮੁਹੰਮਦ ਗੋਰੀ ਲੁੱਟ ਵਗੈਰਾ ਸਾਰੀ ਕਰਕੇ ਉਹ ਵਾਪਸ ਜਾ ਰਿਹਾ ਸੀਗਾ ਅਫਗਾਨਿਸਤਾਨ ਕਨੀ। ਲੁਟੇਰਾ ਸੀਗਾ ਉਹ, ਤੇ ਉਹਦਾ ਰਾਜ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ, ਤੇ ਆਪਣੇ ਦੇਸ਼ ਵਾਪਸ ਜਾ ਰਿਹਾ ਸੀ। ਰਸਤੇ ਵਿੱਚ ਮਿਲੇ ਸੁੰਨੀ ਮੁਸਲਮਾਨ ਮਿਲੇ। ਜਿਵੇਂ ਤੁਹਾਨੂੰ ਪਤਾ ਕਿ ਮੁਸਲਿਮਸ ਦੀ ਵੀ ਕਈ ਕੈਟਾਗਰੀਜ਼ ਹੁੰਦੀਆਂ ਨੇ, ਸ਼ੀਆ, ਸੁੰਨੀ ਜਾਂ ਹੋਰ ਕਈ ਸਬ ਕੈਟਾਗਰੀਜ਼। ਉਹਨਾਂ ਨੇ ਮਿਲ ਕੇ ਕਿਹਨਾਂ ਦੇ ਨਾਲ? ਹਿੰਦੂਆਂ ਦੇ ਨਾਲ ਮਿਲ ਕੇ। ਸੁੰਨੀ ਮੁਸਲਿਮਸ ਨੇ ਹਿੰਦੂਆਂ ਨਾਲ ਮਿਲ ਕੇ ਮੁਹੰਮਦ ਗੋਰੀ ਜਦੋਂ ਜੰਗਲੀ ਰਸਤੇ ਦੇ ਵਿੱਚੋਂ ਜਾ ਰਿਹਾ ਸੀਗਾ ਇੰਡੀਆ ਨੂੰ ਛੱਡ ਕੇ, ਉਦੋਂ ਉਸ ਨੂੰ ਮਾਰਤਾ ਸੀਗਾ। ਅੱਛਾ, ਮੁਹੰਮਦ ਗੋਰੀ ਜਾਣ ਤੋਂ ਪਹਿਲਾਂ ਆਪਣੇ ਇੱਕ ਕੇਅਰ ਟੇਕਰ ਛੱਡ ਗਿਆ ਸੀ ਜਿਸ ਦਾ ਨਾਮ ਸੀ ਕੁਤੁਬਦੀਨ ਐਬਕ। ਉਸਨੇ ਫਿਰ ਇੰਡੀਆ ਦੇ ਵਿੱਚ ਆਪਣੀ ਡਾਇਨੈਸਟੀ ਸ਼ੁਰੂ ਕਰਨੀ ਸੀਗੀ। ਕੇਅਰ ਟੇਕ ਕਰ ਰਿਹਾ ਸੀਗਾ ਜਦੋਂ ਇੰਡੀਆ ਦੀ, ਤਾਂ ਫਿਰ ਉਸਨੂੰ ਹੱਕ ਸੀਗਾ ਆਪਣੀ ਡਾਇਨੈਸਟੀ ਸ਼ੁਰੂ ਕਰਨ ਦਾ, ਤਾਂ ਉਸਨੇ ਕੀਤੀ। ਡਾਇਨੈਸਟੀ ਸ਼ੁਰੂ ਕੀਤੀ। ਫਾਊਂਡਰ ਸੀਗਾ ਸਲੇਵ ਡਾਇਨੈਸਟੀ ਦਾ ਕੁਤੁਬਦੀਨ ਐਬਕ। ਅੱਛਾ, ਸਲੇਵ ਡਾਇਨੈਸਟੀ ਕਿਉਂ ਕਹਿੰਦੇ ਸੀਗੇ? ਕਿਉਂਕਿ ਇਹ ਉਸਦਾ ਸਲੇਵ ਸੀ, ਕਿਸ ਦਾ? ਮੁਹੰਮਦ ਗੋਰੀ ਦਾ। ਤਾਂ ਜੋ ਇਹ ਆਪ ਸੀ, ਉਹੀ ਡਾਇਨੈਸਟੀ ਦਾ ਨਾਮ ਪੈ ਗਿਆ। ਕੁਤੁਬਦੀਨ ਐਬਕ ਨੂੰ ਇੰਡੀਆ ਦੇ ਵਿੱਚ ਲੱਖ ਬਖਸ਼ ਤੇ ਸੀਪੇ ਸਾਲਾਰ ਵੀ ਕਹਿੰਦੇ ਸੀਗੇ। ਲੱਖ ਬਖਸ਼ ਕਿਉਂ ਕਹਿੰਦੇ ਸੀ? ਕਿਉਂਕਿ ਇਹ ਲੱਖਾਂ ਰੁਪਏ ਦਾਨ ਕਰਦਾ ਸੀ, ਅਸ਼ਰਫੀਆਂ ਵਗੈਰਾ ਹੋਰ ਬਹੁਤ ਦਾਨ ਕਰਦਾ ਸੀ। ਜਨਤਾ ਦਾ ਪੈਸਾ ਸੀਗਾ, ਲੁੱਟ ਖਸੁੱਟ ਕਰਕੇ ਜਨਤਾ ਨੂੰ ਹੀ ਕੁਛ ਹਿੱਸਾ ਦੇ ਦਿੰਦਾ ਸੀਗਾ, ਤਾਂ ਕਿ ਜਨਤਾ ਦੇ ਵਿੱਚ ਇਹਦਾ ਰੋਬ ਬਣੇ, ਇਹਨੂੰ ਜਨਤਾ ਵਧੀਆ ਸਮਝੇ ਵੀ ਇਹ ਤਾਂ ਸਾਡੀ ਹੈਲਪ ਕਰਦਾ, ਜਾਂ ਹੋਰ ਬਥੇਰੇ ਕਾਰਨ ਸੀਗੇ ਸਹਾਨੂਭੂਤੀ ਵਗੈਰਾ ਲੈਣ ਲਈ ਤਾਂ ਦਾਨ ਕਰਦਾ ਸੀ। ਇਸ ਕਰਕੇ ਇਸ ਨੂੰ ਕਹਿੰਦੇ ਲੱਖ ਬਖਸ਼। ਇੱਕ ਵਾਰ ਰਾਜਸਥਾਨ ਦੇ ਏਰੀਆ ਦੇ ਵਿੱਚੋਂ ਜਾ ਰਿਹਾ ਸੀਗਾ ਜੀ ਇਹ, ਨਮਾਜ਼ ਦਾ ਟਾਈਮ ਹੋਇਆ। ਇਹ ਕਹਿੰਦਾ ਮੈਨੇ ਨਮਾਜ਼ ਪੜ੍ਹਨੀ ਆ, ਕੋਈ ਮਸਜਿਦ ਦੇਖੋ ਆਸ-ਪਾਸ ਹੈਗੀ ਹੈ। ਆਪਣੇ ਸੈਨਿਕਾਂ ਨੂੰ ਇਹਨੇ ਕਿਹਾ ਵੀ ਕੋਈ ਮਸਜਿਦ ਦੇਖੋ, ਤਾਂ ਸੈਨਿਕਾਂ ਨੂੰ ਮਸਜਿਦ ਤਾਂ ਨਹੀਂ ਮਿਲੀ, ਪਰ ਇੱਕ ਸੈਨਿਕ ਆ ਕੇ ਇਸ ਨੂੰ ਦੱਸਦਾ ਕਿ ਇੱਕ ਪਵਿੱਤਰ ਸਥਾਨ ਆ, ਤੁਸੀਂ ਉੱਥੇ ਨਮਾਜ਼ ਪੜ੍ਹ ਸਕਦੇ ਹੋ। ਪਵਿੱਤਰ ਸਥਾਨ ਕਿਹੜਾ ਸੀਗਾ ਜੀ? ਮਾਤਾ ਸਰਸਵਤੀ ਦਾ ਮੰਦਿਰ ਸੀਗਾ। ਤਾਂ ਕੁਤੁਬਦੀਨ ਐਬਕ ਨੇ ਸੋਚਿਆ ਵੀ ਠੀਕ ਹੈ, ਇਹ ਹੈ ਤਾਂ ਪਵਿੱਤਰ ਸਥਾਨ, ਕਿਉਂਕਿ ਹਿੰਦੂ ਇੱਥੇ ਪੂਜਾ ਕਰਦੇ, ਪੂਰਾ ਪੂਜਾ ਪਾਠ ਸਾਫ਼ ਸਫਾਈ ਰੱਖਦੇ ਆ, ਤੇ ਇਸ ਤੋਂ ਵਧੀਆ ਜਗ੍ਹਾ ਤਾਂ ਉਸਨੂੰ ਮਿਲ ਨਹੀਂ ਸਕਦੀ। ਪਰ ਕਹਿੰਦਾ ਇਹ ਮੰਦਿਰ ਨੂੰ ਤੋੜ ਕੇ ਨਾ ਤੁਸੀਂ ਚਾਰ ਦੀਵਾਰੀ ਖੜਾ ਕਰ ਦਿਓ, ਕਿਉਂਕਿ ਮੈਂ ਮੰਦਿਰ ਦੇ ਵਿੱਚ ਨਹੀਂ ਨਮਾਜ਼ ਪੜ੍ਹ ਸਕਦਾ, ਮੈਂ ਮਸਜਿਦ ਦੇ ਵਿੱਚ ਹੀ ਨਮਾਜ਼ ਪੜ੍ਹਾਂਗਾ। ਤਾਂ ਕੀ ਕੀਤਾ? ਸਰਸਵਤੀ ਦਾ ਮੰਦਿਰ ਤੋੜ ਕੇ ਚਾਰ ਦੀਵਾਰੀ ਸ਼ੁਰੂ ਕਰਦੀ ਬਣਾਉਣੀ, ਤੇ ਜਦੋਂ ਚਾਰ ਦੀਵਾਰੀ ਪੂਰੀ ਹੋਈ ਤਾਂ ਉਸ ਦੇ ਵਿੱਚ ਉਸਨੇ ਨਮਾਜ਼ ਪੜ੍ਹੀ। 2-2.5 ਦਿਨ ਉੱਥੇ ਰਿਹਾ, ਤਾਂ ਉਸ ਨੂੰ ਕਿਹਾ ਜਾਂਦਾ ਹੈ 2.5 ਦਿਨ ਦਾ ਮਕਬਰਾ। 2.5 ਦਿਨ ਦਾ ਮਕਬਰਾ। ਉਸ ਜਿਹੜੀ ਮਸਜਿਦ ਆ ਉਹ ਅੱਜ ਵੀ ਹੈਗੀ ਆ ਰਾਜਸਥਾਨ ਦੇ ਵਿੱਚ, ਉਸ ਨੂੰ ਕੀ ਕਿਹਾ ਜਾਂਦਾ? 2.5 ਦਿਨ ਦਾ ਮਕਬਰਾ। ਤਾਂ ਸਿਰਫ ਇੱਕ ਨਮਾਜ਼ ਪੜ੍ਹਨ ਲਈ ਕੀਤਾ ਗਿਆ ਸੀ। ਇਹ ਕਿੰਨਾ ਕੁ ਸਹੀ ਸੀ ਇਹ ਤਾਂ ਚਲੋ ਨਹੀਂ ਕਹਿ ਸਕਦੇ, ਕਿਉਂਕਿ ਉਦੋਂ ਰਾਜੇ ਮਹਾਰਾਜੇ ਆਪਣਾ ਹੁਕਮ ਚਲਾਉਂਦੇ ਸੀਗੇ। ਤਾਂ ਉਸ ਤੋਂ ਬਾਅਦ ਇਸਨੇ ਇੱਕ ਦੂਸਰੀ ਇਹ ਜਿਹੜੀ ਰਾਜਸਥਾਨ ਦੇ ਵਿੱਚ ਮਸਜਿਦ ਉਹਨੇ ਬਣਾਈ, ਇਹ ਸੈਕਿੰਡ ਮਸਜਿਦ ਸੀਗੀ। ਪਹਿਲੀ ਮਸਜਿਦ ਇਸਨੇ ਬਣਾਈ ਦਿੱਲੀ ਦੇ ਵਿੱਚ ਬਣਾਈ ਇਸਨੇ, ਜਿਸ ਦਾ ਨਾਮ ਸੀਗਾ ਕੁਵੈਤੁਲ ਇਸਲਾਮ। ਇਹ ਇੰਡੀਆ ਦੇ ਵਿੱਚ ਫਸਟ ਮਸਜਿਦ ਸੀਗੀ, ਜੋ ਕਿ ਕਿਸ ਦੇ ਦੁਆਰਾ ਬਣਾਈ ਗਈ ਸੀ? ਕੁਤੁਬਦੀਨ ਐਬਕ। ਕੁਤੁਬ ਮੀਨਾਰ ਦਾ ਨਾਮ ਸਭ ਨੇ ਸੁਣਿਆ, ਕੁਤੁਬ ਮੀਨਾਰ ਦਾ। ਇਸ ਦੀ 5 ਸਟੋਰੀਜ਼ ਨੇ, ਯਾਨੀ 5 ਫਲੋਰ ਨੇ। ਫਸਟ ਫਲੋਰ ਕੁਤੁਬਦੀਨ ਐਬਕ ਨੇ ਬਣਵਾਇਆ ਸੀਗਾ, ਮਤਲਬ ਫਾਊਂਡੇਸ਼ਨ ਕੁਤੁਬਦੀਨ ਐਬਕ ਨੇ ਰਖਵਾਈ ਸੀਗੀ। ਕੰਪਲੀਟ ਨਹੀਂ ਕਰਵਾਇਆ ਸੀਗਾ ਜੀ ਇਸਨੇ, ਨਹੀਂ ਕਰਵਾਇਆ ਸੀ। ਕੰਪਲੀਟ ਕਰਵਾਇਆ ਸੀ ਇਸਦੇ ਸਨ ਇਨ ਲੋ ਇਲਤੁਤਮਿਸ਼ ਨੇ ਕੰਪਲੀਟ ਕਰਵਾਇਆ ਸੀਗਾ। ਉਸ ਤੋਂ ਉੱਪਰ ਦੇ 3 ਫਲੋਰ ਨੂੰ, ਟੋਟਲ ਹੋ ਗਏ 4 ਫਲੋਰ, ਤੇ 5th ਫਲੋਰ ਕੀਤਾ ਸੀਗਾ ਜੀ ਫਿਰੋਜ਼ ਸ਼ਾਹ ਤੁਗਲਕ ਨੇ। ਫਿਰੋਜ਼ ਸ਼ਾਹ ਤੁਗਲਕ ਬਾਰੇ ਆਪਾਂ ਪੜ੍ਹਾਂਗੇ ਅੱਗੇ। ਤਾਂ ਇਸਨੇ ਸਿਰਫ ਫਸਟ ਫਲੋਰ ਹੀ ਕੰਪਲੀਟ ਕਰਵਾਇਆ ਸੀ, ਉਸ ਤੋਂ ਬਾਅਦ ਇਹ ਮਰ ਗਿਆ ਸੀਗਾ। ਠੀਕ, ਤੇ ਕਿਸ ਦੀ ਯਾਦ ਦੇ ਵਿੱਚ ਬਣਾਈ ਗਈ ਸੀਗੀ? ਕੁਤੁਬਦੀਨ ਬਖਤਿਆਰ ਕਾਕੀ, ਜੋ ਧਰਮ ਗੁਰੂ ਸੀਗਾ, ਇੱਕ ਮੁਸਲਿਮ ਧਰਮ ਗੁਰੂ ਸੀਗਾ, ਉਸ ਦੀ ਯਾਦ ਦੇ ਵਿੱਚ ਬਣਵਾਇਆ ਸੀਗਾ ਇਹ ਕੁਤੁਬ ਮੀਨਾਰ।
ਉਸ ਦੇ ਹੀ ਨਾਮ 'ਤੇ ਨਾਮ ਪਿਆ ਕੁਤੁਬ ਮੀਨਾਰ ਦਾ। ਕੁਤੁਬ ਤੋਂ ਚੱਕ ਲਿਆ ਵਰਡ ਇਹ, ਠੀਕ। ਅਤੇ ਕੁਤੁਬਦੀਨ ਐਬਕ ਨੇ ਇੱਕ ਗੇਮ ਸ਼ੁਰੂ ਕੀਤੀ ਸੀਗੀ ਜੀ, ਚੌਗਾਨ। ਕੀ ਹੁੰਦਾ ਸੀਗਾ? ਘੋੜੇ ਹੁੰਦੇ ਸੀਗੇ ਅਤੇ ਘੋੜਸਵਾਰਾਂ ਦੇ ਹੱਥ ਦੇ ਵਿੱਚ ਲਾਠੀ ਡੰਡੇ ਫੜਾ ਦਿੱਤੇ ਜਾਂਦੇ ਸੀਗੇ ਅਤੇ ਥੱਲੇ ਬੋਲ ਰੱਖ ਦਿੱਤੀ ਜਾਂਦੀ ਸੀ ਅਤੇ ਉਸਨੂੰ ਗੋਲ ਕਰਨਾ ਹੁੰਦਾ ਸੀ, ਜਿਸ ਨੂੰ ਅੱਜ ਦੇ ਟਾਈਮ ਦੇ ਵਿੱਚ ਕੀ ਕਹਿੰਦੇ ਆ, ਪੋਲੋ ਤੁਸੀਂ ਦੇਖਿਆ ਹੋਣਾ TV ਇੰਟਰਨੈਟ 'ਤੇ। ਕੋਈ ਘੋੜਸਵਾਰ ਚੜ੍ਹ ਕੇ ਘੋੜੇ 'ਤੇ ਬੋਲ ਨੂੰ ਗੋਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਇਸਨੇ ਇੰਟਰੋਡਿਊਸ ਕੀਤੀ ਸੀ। ਅਤੇ ਇਸ ਦੀ ਮੌਤ ਹੁਣ ਕਿਵੇਂ ਹੋਈ ਸੀ, ਇਹ ਬੜੀ ਇੰਟਰਸਟਿੰਗ ਗੱਲ ਹੈ ਜੀ। ਮੌਤ ਇਹਦੀ ਹੋਈ ਸੀ ਪੋਲੋ ਖੇਡਦੇ। ਹੁਣ ਇੰਨਾ ਡੈਡੀਕੇਟਿਡ ਨਹੀਂ ਸੀਗਾ ਇਹ ਪੋਲੋ ਦੇ ਲਈ ਵੀ ਪਸੀਨਾ ਆ ਰਿਹਾ, ਮੈਂ ਤਾਂ ਖੇਡਾਂਗਾ ਪੋਲੋ, ਵੀ ਜੋ ਮਰਜ਼ੀ ਹੋ ਜਾਏ ਅੱਜ ਤਾਂ ਗੋਲ ਕਰਨਾ ਹੀ ਕਰਨਾ। ਨਹੀਂ, ਇਹ ਗੱਲ ਨਹੀਂ ਸੀ। ਘੋੜੇ ਦੇ ਉੱਪਰੋਂ ਫਿਸਲ ਕੇ ਥੱਲੇ ਗਿਰ ਗਿਆ, ਇਹ ਚੋਟ ਲੱਗੀ ਗਰਦਨ ਜਾਂ ਸਿਰ 'ਤੇ, ਜਿਸ ਨੂੰ ਕਹਿੰਦੇ ਉਹਦੇ ਪਿੱਛੇ ਛੋਟਾ ਦਿਮਾਗ ਹੁੰਦਾ, ਉੱਥੇ ਚੋਟ ਲੱਗੀ ਅਤੇ ਇਹ ਮਰ ਗਿਆ। ਤਾਂ ਇਸ ਤਰ੍ਹਾਂ ਜਿਹੜੀ ਗੇਮ ਇਹਨੇ ਇੰਟਰੋਡਿਊਸ ਕੀਤੀ ਸੀਗੀ, ਇਨਵੈਂਟ ਕੀਤੀ ਸੀਗੀ, ਉਹੀ ਗੇਮ ਖੇਡਦੇ ਇਸ ਦੀ ਡੈਥ ਹੋ ਗਈ ਸੀ। ਤਾਂ ਇਹ ਸੀ ਜੀ ਕੁਤੁਬਦੀਨ ਐਬਕ। ਇਸ ਦਾ ਇੱਕ ਮੁੰਡਾ ਸੀ ਆਰਮ ਸ਼ਾਹ। ਕੁਝ ਉਸਨੇ ਖਾਸ ਨਹੀਂ ਕੀਤਾ, ਬਸ ਉਸਦੀ ਖੂਬੀ ਇੱਕ ਸੀਗੀ ਕਿ ਉਹ ਕੁਤੁਬਦੀਨ ਐਬਕ ਦਾ ਮੁੰਡਾ ਸੀਗਾ। ਉਸ ਤੋਂ ਬਾਅਦ ਕੁਤੁਬਦੀਨ ਐਬਕ ਦੇ ਸਨ ਇਨ ਲੋ ਨੇ, ਯਾਨੀ ਆਰਮ ਸ਼ਾਹ ਦੇ ਜੀਜਾ ਜੀ ਨੇ ਆਰਮ ਸ਼ਾਹ ਨੂੰ ਮਾਰ ਕੇ ਆਪ ਗੱਦੀ 'ਤੇ ਬਹਿ ਗਏ। ਉਸ ਤੋਂ ਬਾਅਦ ਇਲਤੁਤਮਿਸ਼ ਨੇ ਅੱਗੇ ਕਾਫੀ ਸਾਰੇ ਕੰਮ ਕੀਤੇ, ਉਸ ਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ।